ਵਾਰੀ ਵੋਟ ਕਿਹਨੂੰ ਪਾ ਰਹੇ ਹੋ? ਇਸ ਵਾਰ ਵੋਟ ਜੀ ਅਸੀਂ ਮਨਸੂਰ ਭਾਜੀ ਨੂੰ ਪਾ ਰਹੇ ਹਾਂ ਜੀ। ਅਸੀਂ ਭਾਜੀ ਮਨਸੂਰ ਭਾਜੀ ਇਹਨਾਂ ਨੂੰ ਪੁੱਛਦੇ ਹਾਂ। ਹਾਂਜੀ ਅੰਕਲ ਜੀ, ਤੁਸੀਂ ਵੋਟ ਕਿਹਨੂੰ ਪਾ ਰਹੇ? ਮਨਸੂਰ ਭਾਈ ਭਾਈ ਨਰਿੰਦਰ ਮਨਸੂਰ ਜੀ। ਮਨਸੂਰ ਭਾਜੀ ਸਿੰਘ ਮਨਸੂਰ ਕਾਂਗਰਸ ਆਈ ਕੈਂਡੀਡੇਟ। ਕਾਂਗਰਸ ਦੇ ਉਮੀਦਵਾਰ ਨਰਿੰਦਰ ਸਿੰਘ ਮਨਸੂਰ ਨੂੰ ਹੀ ਤੁਸੀਂ ਕਿਉਂ ਚਾਹੁੰਦੇ ਹੋ? ਹੋਰ ਵੀ ਅਕਾਲੀ ਦਲ ਦੇ ਨੇ, ਆਮ ਆਦਮੀ ਦੇ ਨੇ, ਬਾਕੀ ਵੀ ਲੀਡਰ ਹੈਗੇ, ਉਹਨਾਂ ਨੂੰ ਕਿਉਂ ਨਹੀਂ ਮੌਕਾ ਦੇ ਰਹੇ? ਨਰਿੰਦਰ ਸਿੰਘ ਮਨਸੂਰ ਜੀ ਨੂੰ ਹੀ ਕਿਉਂ ਵੋਟਾਂ ਦੇ ਰਹੇ ਹੋ? ਤੁਸੀਂ ਕਿਸ ਨੂੰ ਵੋਟ ਪਾ ਰਹੇ ਹੋ? ਜਿਹੜੇ ਸਾਡੇ ਕੰਮ ਕਰੂਗਾ ਅਸੀਂ ਉਹਨੂੰ ਵੋਟ ਪਾਣੀ ਹੈ। ਦੇਖੋ ਜਿੱਦਾਂ ਕਿ ਹਾਂਜੀ ਭਾਜੀ, ਤੁਸੀਂ ਕਿਸ ਨੂੰ ਵੋਟ ਪਾ ਰਹੇ ਹੋ? ਸਰ ਜੀ ਕੰਮ ਦੇ ਆਧਾਰ ਤੇ ਤਾਂ ਨਰਿੰਦਰ ਸਿੰਘ ਮਨਸੂਰ ਜੀ ਨੂੰ। ਬਾਕੀ ਪਾਰਟੀਆਂ ਦੇ ਉਮੀਦਵਾਰ ਵੀ ਹੈਗੇ ਆ, ਉਹਨਾਂ ਨੂੰ ਤੁਸੀਂ ਕਿਉਂ ਨਹੀਂ ਮੌਕਾ ਦੇ ਰਹੇ? ਸਰ ਜਿਹੜਾ ਕੰਮ ਸਵਾਰਦਾ ਵੋਟ ਦਾ ਹੱਕਦਾਰ ਬੇਸਿਕਲੀ ਉਹੀ ਹੁੰਦਾ ਵਾ, ਨਾ ਕਿ ਜਿਹੜਾ ਬੰਦਾ ਬਿਨਾਂ ਵਜ੍ਹਾ ਕੋਈ ਵੀ ਖੜ ਜਾਵੇ, ਉਹਨੇ ਕੰਮ ਹੀ ਨਾ ਕੀਤਾ ਹੋਵੇ, ਕਦੀ ਸਾਡੀ ਵਾਰਡ ਦੇ ਵਿੱਚ ਆਣ ਕੇ ਵੇਖਿਆ ਹੀ ਨਾ ਹੋਵੇ, ਅਸੀਂ ਉਹਨੂੰ ਵੋਟ ਕਿਉਂ ਪਾਵਾਂਗੇ? ਇਹ ਰਾਣਾ ਜੀ ਦੀ ਤੁਹਾਨੂੰ ਪਿੱਛੋਂ ਕਿੰਨੀ ਕੁ ਸਪੋਰਟ ਹੈਗੀ? ਕਿਸ ਜੀ ਜਦੋਂ ਝੋਟਾ ਆਕੜਦਾ ਤੇ ਕਿੱਲੇ ਦੇ ਜੋੜ ਤੇ ਆਕੜਦਾ ਵਾ। ਰਾਣਾ ਜੀ ਦਾ ਆਪਾਂ ਨੂੰ ਪੂਰਾ ਆਸ਼ੀਰਵਾਦ ਆ, ਉਹਨਾਂ ਦੀ ਬਦੌਲਤ ਹੀ ਜਿਹੜੇ ਕਾਰੋਬਾਰ ਸਾਰੇ ਹੋ ਰਹੇ ਆ। ਮੇਰਾ ਤਾਂ ਪੁੱਤਰ ਹੈ, ਮੈਨੂੰ ਤਾਂ ਚੰਗਾ ਲੱਗਣਾ ਚਾਹੀਦਾ। ਅਗਰ ਆਪਾਂ ਗੱਲ ਕਰੀਏ ਯੋਗਤਾ ਦੀ, ਤਾਂ ਮੈਂ ਇਹ ਉਹਨੂੰ ਨੰਬਰ 1 MC ਦਾ ਦਰਜਾ ਦਿੰਦਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਵਰਿੰਦਰ, ਤੁਸੀਂ ਦੇਖ ਰਹੇ ਹੋ ਕਪੂਰਥਲਾ ਨਿਊਜ਼। ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ, ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪੋ ਆਪਣੇ ਚੋਣ ਨਿਸ਼ਾਨ ਨੂੰ ਲੈ ਕੇ ਹੋਣ ਵਾਲੀਆਂ ਚੋਣਾਂ ਦਾ ਪ੍ਰਚਾਰ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਹਨ। ਉਸ ਦੇ ਆਧਾਰ ਤੇ ਅੱਜ ਅਸੀਂ ਪਹੁੰਚੇ ਹਾਂ ਵਾਰਡ ਨੰਬਰ 34 ਦੇ ਵਿੱਚ। ਆਓ ਦੇਖਦੇ ਹਾਂ ਇੱਥੋਂ ਦੇ ਵੋਟਰ ਕੀ ਸੋਚ ਰੱਖਦੇ ਹਨ ਅਤੇ ਕਿਹੋ ਜਿਹਾ ਲੀਡਰ ਪਸੰਦ ਕਰਦੇ ਹਨ, ਜਿਸ ਦੇ ਆਧਾਰ ਤੇ ਕਿ ਇਹ ਪਤਾ ਲੱਗ ਸਕੇ ਕਿ ਇਹ ਲੋਕ ਜਿੱਤ ਦਾ ਸਿਹਰਾ ਕਿਸ ਦੇ ਸਿਰ ਤੇ ਬੰਨਣਾ ਚਾਹੁੰਦੇ ਹਨ। ਆਓ ਜਾਣਦੇ ਹਾਂ ਇਹਨਾਂ ਦੇ ਵਿਊ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਇਸ ਵਾਰੀ ਵੋਟ ਕਿਹਨੂੰ ਪਾ ਰਹੇ ਹੋ? ਇਸ ਵਾਰ ਵੋਟ ਜੀ ਅਸੀਂ ਮਨਸੂਰ ਭਾਜੀ ਨੂੰ ਪਾ ਰਹੇ ਹਾਂ ਜੀ। ਮਨਸੂਰ ਭਾਜੀ ਨੂੰ ਵੋਟ ਕਿਉਂ ਪਾ ਰਹੇ ਹੋ? ਭਾਜੀ ਮਨਸੂਰ ਭਾਜੀ ਨੂੰ ਵੋਟ ਤਾਂ ਪਾ ਰਹੇ ਹਾਂ ਕਿ ਸਾਡੇ ਵਾਰਡ ਦੇ ਉਮੀਦਵਾਰ ਨੇ ਜੀ ਇਹ, ਤੇ ਅੱਜ ਤੱਕ ਸਾਨੂੰ ਕਿਸੇ ਵੀ ਗੱਲ ਦੀ ਜਿਹੜੀ ਤੰਗੀ ਤਕਲੀਫ ਆ, ਕੋਈ ਬਜ਼ੁਰਗ ਆ ਜਾਂ ਕੋਈ ਜਿਹੜਾ ਆਪਣਾ ਯੂਥ ਦਾ ਬੰਦਾ ਆ, ਹਰ ਇੱਕ ਕੰਮ ਹੱਲ ਕੀਤਾ ਜਾਂਦਾ ਪਹਿਲ ਦੇ ਆਧਾਰ ਤੇ ਜੀ। ਕੋਈ ਘਰੇਲੂ ਮਸਲਾ ਹੋਵੇ, ਕੋਈ ਬਾਹਰਲਾ ਮਸਲਾ ਹੋਵੇ, ਤੇ ਮੋਢੇ ਦੇ ਮੋਢੇ ਨਾਲ ਸਾਡੇ ਉਹ ਖੜੇ ਹੁੰਦੇ ਆ ਜੀ, ਤੇ ਇਸ ਦੇ ਆਧਾਰ ਤੇ ਉਹਨਾਂ ਨੂੰ ਵੋਟ ਪਾ ਰਹੇ ਹਾਂ ਜੀ। ਠੀਕ ਹੈ ਜੀ। ਹਾਂਜੀ ਭਾਜੀ, ਤੁਸੀਂ ਕਿਸ ਨੂੰ ਵੋਟ ਪਾ ਰਹੇ ਹੋ? ਅਸੀਂ ਭਾਜੀ ਮਨਸੂਰ ਭਾਜੀ ਨੂੰ ਜੀ। ਇਹਨਾਂ ਨੂੰ ਪੁੱਛਦੇ ਹਾਂ। ਹਾਂਜੀ ਅੰਕਲ ਜੀ, ਤੁਸੀਂ ਵੋਟ ਕਿਹਨੂੰ ਪਾ ਰਹੇ ਜੀ? ਮਨਸੂਰ ਭਾਈ ਭਾਈ ਨਰਿੰਦਰ ਮਨਸੂਰ ਜੀ। ਤੁਸੀਂ ਭਾਜੀ? ਮਨਸੂਰ ਭਾਜੀ ਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ, ਇਸ ਵਾਰੀ ਵੋਟ ਕਿਹਨੂੰ ਪਾ ਰਹੇ ਹੋ? ਨਰਿੰਦਰ ਸਿੰਘ ਮਨਸੂਰ ਕਾਂਗਰਸ ਆਈ ਕੈਂਡੀਡੇਟ। ਨਹੀਂ, ਕਾਂਗਰਸ ਦੇ ਉਮੀਦਵਾਰ ਨਰਿੰਦਰ ਸਿੰਘ ਮਨਸੂਰ ਨੂੰ ਹੀ ਤੁਸੀਂ ਕਿਉਂ ਚੁਣ ਰਹੇ ਹੋ? ਹੋਰ ਵੀ ਅਕਾਲੀ ਦਲ ਦੇ ਨੇ, ਆਮ ਆਦਮੀ ਦੇ ਨੇ, ਬਾਕੀ ਵੀ ਲੀਡਰ ਹੈਗੇ, ਉਹਨਾਂ ਨੂੰ ਕਿਉਂ ਨਹੀਂ ਮੌਕਾ ਦੇ ਰਹੇ? ਨਰਿੰਦਰ ਸਿੰਘ ਮਨਸੂਰ ਜੀ ਨੂੰ ਹੀ ਕਿਉਂ ਵੋਟਾਂ ਦੇ ਰਹੇ ਹੋ? ਕਿਉਂਕਿ ਉਹ ਪਹਿਲਾਂ ਵੀ ਸਾਡੇ MC ਰਹੇ ਆ। ਉਹਨਾਂ 5 ਸਾਲਾਂ ਦੇ ਵਿੱਚ ਸਾਡੇ ਇਲਾਕੇ ਦਾ ਬਹੁਤ ਵਿਕਾਸ ਕਰਾਇਆ। ਸਿਵਰੇਜ, ਲਾਈਟਾਂ, ਸਾਡਾ ਹਾਈ ਸਕੂਲ ਨੂੰ +2 ਸਕੂਲ ਕਰ ਰਹੇ ਆ। ਉਹਨਾਂ ਦੀ ਬਦੌਲਤ, ਰਾਣਾ ਗੁਰਜੀਤ ਸਿੰਘ ਦੀ ਬਦੌਲਤ +2 ਹੋਣ ਜਾ ਰਿਹਾ ਵਾ, ਜਿਹਦੇ ਤੇ 50 ਲੱਖ ਰੁਪਏ ਦਾ ਹੁਣ ਕੰਮ ਚੱਲ ਰਿਹਾ। 6 ਕਮਰੇ ਦੀ ਗ੍ਰਾਂਟ ਲੈ ਕੇ ਦਿੱਤੀ ਨਰਿੰਦਰ ਸਿੰਘ ਮਨਸੂਰ ਦੀ ਬਦੌਲਤ ਆ। 17 ਲੱਖ ਦੀ ਹੋਰ ਆ ਰਹੀ ਆ, ਉਹ ਵੀ ਨਰਿੰਦਰ ਸਿੰਘ ਮਨਸੂਰ ਦੀ ਬਦੌਲਤ ਆ। ਔਰ ਉਹ ਹਰ ਬੰਦੇ ਨੂੰ ਬਰਾਬਰ ਦਾ ਮਾਣ ਸਤਿਕਾਰ ਦਿੰਦੇ। ਹਾਂਜੀ ਭਾਈ, ਤੁਸੀਂ ਕਿਹਨੂੰ ਵੋਟ ਪਾਓਗੇ? ਮਨਸੂਰ ਨੂੰ ਜੀ। ਭਾਈ, ਤੁਸੀਂ ਕਿਹਨੂੰ ਵੋਟ ਪਾਓਗੇ? ਸਿੰਘ ਮਨਸੂਰ ਨੂੰ। ਦੇਖ ਰਹੇ ਹੋ ਸਾਰੇ ਹੀ ਲੋਕ ਇਹੀ ਕਹਿ ਰਹੇ ਨੇ ਕਿ ਅਸੀਂ ਵੋਟ ਜਿਹੜੀ ਹੈਗੀ ਉਹ ਆਪਣੀ ਨਰਿੰਦਰ ਸਿੰਘ ਮਨਸੂਰ ਜੀ ਨੂੰ ਪਾਵਾਂਗੇ। ਦੇਖੋ ਜੀ, ਇਹਨਾਂ ਗੱਲਾਂ ਦੇ ਆਧਾਰ ਤੇ ਆਪਾਂ ਥੋੜ੍ਹਾ ਜਿਹਾ ਇਹ ਜੱਜਮੈਂਟ ਕਰ ਰਹੇ ਹਾਂ ਕਿ ਇਹਨਾਂ ਲੋਕਾਂ ਦਾ, ਇਹਨਾਂ ਵੋਟਰਾਂ ਦਾ ਜਿਹੜਾ ਰੁਝਾਨ ਉਹ ਜ਼ਿਆਦਾ ਤੋਂ ਜ਼ਿਆਦਾ ਨਰਿੰਦਰ ਸਿੰਘ ਮਨਸੂਰ ਜੀ ਵੱਲ ਹੋ ਰਿਹਾ ਹੈ। ਠੀਕ ਹੈ, ਆਓ ਆਪਾਂ ਦੇਖਦੇ ਹਾਂ। ਹੋਰ ਵੀ ਨੌਜਵਾਨ ਖੜੇ ਨੇ ਸਾਡੇ ਇੱਧਰਲੇ ਪਾਸੇ, ਆਪਾਂ ਉਹਨਾਂ ਕੋਲ ਵੀ ਪੁੱਛਦੇ ਹਾਂ ਉਹ ਕਿਹਨਾਂ ਨੂੰ ਵੋਟ ਪਾ ਰਹੇ। ਹਾਂਜੀ ਭਾਜੀ, ਇਸ ਵਾਰੀ ਵੋਟ ਕਿਹਨੂੰ ਪਾ ਰਹੇ ਹੋ? ਮਨਸੂਰ ਭਾਈ ਉਹਨਾਂ ਨੂੰ ਪਾ ਰਹੇ। ਨਹੀਂ, ਮਨਸੂਰ ਭਾਜੀ ਉਹਨਾਂ ਨੂੰ ਕਿਉਂ ਵੋਟ ਪਾ ਰਹੇ ਹੋ? ਭਾਈ ਸਾਡੇ ਹੱਕ ਲਈ ਬਿਲਕੁਲ ਸਹੀ ਆ ਉਹ। ਓਕੇ, ਹੱਕ ਲਈ ਸਹੀ ਹੈ ਜਾਂ ਹੋਰ ਵੀ ਕੋਈ ਖੂਬੀ ਉਹਨਾਂ ਵਿੱਚ? ਮਤਲਬ ਕਿ ਸਾਨੂੰ ਥਾਣੇ ਕਚਹਿਰੀਆਂ 'ਚ ਨਹੀਂ ਜਾਣਾ ਪੈਂਦਾ ਜੀ, ਇੱਥੇ ਸਾਰਾ ਕੰਮ ਨਿਬੜ ਜਾਂਦਾ। ਠੀਕ ਹੈ। ਹਾਂਜੀ ਭਾਈ, ਤੁਸੀਂ ਕਿਹਨੂੰ ਵੋਟ ਪਾ ਰਹੇ ਹੋ? ਮਨਸੂਰ ਭਾਜੀ ਨੂੰ ਜੀ। ਤੁਸੀਂ ਕਿਹਨੂੰ ਵੋਟ ਪਾ ਰਹੇ ਹੋ? ਤੁਸੀਂ ਕਿਸ ਨੂੰ ਵੋਟ ਪਾ ਰਹੇ ਹੋ? ਅਸੀਂ ਵੋਟ ਪਾ ਰਹੇ ਹਾਂ ਜੀ, ਜਿਹੜੇ ਸਾਡੇ ਕੰਮ ਕਰੂਗਾ ਅਸੀਂ ਉਹਨੂੰ ਵੋਟ ਪਾਣੀ ਹੈ। ਦੇਖੋ ਜਿੱਦਾਂ ਕਿ ਸਾਡਾ ਸੀਵਰੇਜ ਦਾ ਕੰਮ ਨਹੀਂ ਸੀਗਾ, ਸੀਵਰੇਜ ਨਹੀਂ ਪੈ ਰਿਹਾ ਸੀਗਾ, ਹੁਣ ਸੀਵਰੇਜ ਪੈ ਰਿਹਾ ਵਾ। ਜਿਹੜੇ ਕੰਮ ਕਰੂਗੇ ਵੋਟ ਤਾਂ ਅਸੀਂ ਉਹਨੂੰ ਪਾਣੀ ਹੈ ਜੀ। ਫਿਰ ਵੀ ਤੁਸੀਂ ਵੋਟ ਕਿਹਨੂੰ ਪਾਉਣਾ ਚਾਹੋਗੇ? ਨਰਿੰਦਰ ਸਿੰਘ ਮਨਸੂਰ ਜੀ ਨੇ। ਹਾਂਜੀ ਭਾਜੀ, ਤੁਸੀਂ ਕਿਸ ਨੂੰ ਵੋਟ ਪਾਓਗੇ? ਮਨਸੂਰ ਭਾਈ ਨੂੰ, ਕਿਉਂਕਿ ਸਾਡੇ ਬਥੇਰੇ ਕੰਮ ਕਰਾਏ ਉਹਨਾਂ ਨੇ, ਤੇ ਸਾਡੇ ਤਾਰਾਂ, ਸਾਡੇ ਕੋਠੇ ਉੱਪਰ ਤਾਰਾਂ ਪੈ ਰਹੀਆਂ ਨੇ, ਤੇ ਉਹ ਹੁਣ ਕੰਮ ਕੀਤਾ ਤੇ ਬਹੁਤ ਉਹਨਾਂ ਨੂੰ ਉੱਚੀਆਂ ਕਰਵਾ ਦਿੱਤੀਆਂ। ਹੁਣ ਕੋਈ ਵੀ ਕੰਮ ਕਰੀਦਾ ਮਤਲਬ ਕਰ ਦਿੰਦੇ, ਬਹੁਤ ਜਲਦੀ ਕਰ ਦਿੰਦੇ। ਕੋਈ ਵੀ ਕੰਮ ਤੁਸੀਂ ਕਹਿੰਦੇ ਹੋ ਉਹ ਪਹਿਲ ਦੇ ਆਧਾਰ ਤੇ ਤੁਹਾਡਾ ਕੰਮ ਕਰਦੇ? ਹਾਂਜੀ, ਬਹੁਤ ਜਲਦੀ ਕੰਮ ਕਰ ਦਿੰਦੇ ਨੇ। ਤੇ ਹਾਂਜੀ ਸਰ, ਤੁਸੀਂ ਕਿਸ ਨੂੰ ਵੋਟ ਪਾਓਗੇ? ਨਰਿੰਦਰ ਸਿੰਘ ਮਨਸੂਰ ਨੂੰ। ਤੁਸੀਂ ਕਿਹਨੂੰ ਪਾਓਗੇ? ਮਨਸੂਰ ਭਾਈ ਨੂੰ। ਤੁਸੀਂ ਜੀ? ਮਨਸੂਰ ਭਾਈ ਨੂੰ ਜੀ। ਹਾਂਜੀ ਭਾਜੀ, ਤੁਸੀਂ ਕਿਸ ਨੂੰ ਵੋਟ ਪਾਓਗੇ? ਸਰ ਜੀ ਕੰਮ ਦੇ ਆਧਾਰ ਤੇ ਤਾਂ ਨਰਿੰਦਰ ਸਿੰਘ ਮਨਸੂਰ ਜੀ ਨੂੰ ਵੋਟ ਪਾਵਾਂਗੇ ਅਸੀਂ, ਕਿਉਂਕਿ ਉਹਨਾਂ ਨੇ ਬਥੇਰੇ ਕੰਮ ਕਰਾਏ ਆ। ਲੋਕਡਾਊਨ 'ਚ ਵੀ ਈਵਨ ਉਹਨਾਂ ਨੇ ਬਹੁਤ ਸਹਾਇਤਾ ਕੀਤੀ ਆ ਲੋਕਾਂ ਦੀ, ਵਿਧਵਾ ਦੀਆਂ ਪੈਨਸ਼ਨਾਂ ਲਵਾਈਆਂ,
ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਉਹਨਾਂ ਦਾ ਰਾਸ਼ਨ ਕਾਰਡ ਬਣਵਾ ਦਿੱਤੇ ਗਏ ਤੇ ਹੋਰ ਵੀ ਕਈ ਉਹਨਾਂ ਨੇ ਕੰਮ ਕਰਵਾਏ ਆ ਤੇ ਉਹਨਾਂ ਨੂੰ ਹੀ ਹੱਕ ਬਣਦਾ ਵਾ ਵੋਟ ਦਾ। ਬਾਕੀ ਵੀ ਜਿਹੜੇ ਉਮੀਦਵਾਰ ਹੈਗੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਮਤਲਬ ਕਿ ਉਹਨਾਂ ਨੂੰ ਵੀ ਇੱਕ ਵਾਰੀ ਮੌਕਾ ਦੇਣਾ ਜਾ ਸਕਦੇ ਹੋ ਤੁਸੀਂ ਵੈਸੇ? ਦੇਖੋ ਜੀ, ਇੱਕ ਤਾਂ ਹੁੰਦੀ ਆ ਜਦੋਂ ਇਲੈਕਸ਼ਨ ਆਉਂਦੀ ਆ ਸਾਰੇ ਉਦੋਂ ਹੀ ਘੁੰਮਦੇ ਆ, ਲੇਕਿਨ ਕੀ ਲੋਕਡਾਊਨ ਦੇ ਵਿੱਚ ਨਰਿੰਦਰ ਸਿੰਘ ਮਨਸੂ ਉਹਨਾਂ ਨੇ ਪੂਰਾ ਮੁਹੱਲਾ ਵੀ ਸੈਨੀਟਾਈਜ਼ਰ ਕੀਤਾ ਤੇ ਇੱਕ ਆਪਣੇ ਯੂਥ ਨੂੰ ਪੂਰਾ ਉਹਨਾਂ ਨੇ ਸੂਚਿਤ ਕੀਤਾ ਕਿ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਕਰੋਨਾ 'ਚ ਆਪਾਂ ਨੂੰ ਜੰਗ ਲੜਨੀ ਚਾਹੀਦੀ। ਹਾਂਜੀ ਸਰ, ਤੁਸੀਂ ਕਿਹਨੂੰ ਵੋਟ ਪਾਓਗੇ? ਅਸੀਂ ਮਨਸੂ ਭਾਈ ਨੂੰ ਜੀ। ਤੁਸੀਂ ਜੀ? ਅਸੀਂ ਮਨਸੂ ਭਾਈ ਨੂੰ ਸਰ। ਤੁਸੀਂ ਜੀ? ਮਨਸੂ ਭਾਈ ਨੂੰ। ਤੁਸੀਂ ਜੀ? ਮਨਸੂ ਭਾਜੀ ਨੂੰ। ਮਨਸੂ ਭਾਜੀ ਦੇਖੋ ਜੀ, ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਨੌਜਵਾਨਾਂ ਦੀ ਜਿਹੜੀ ਸੋਚ ਹੈ ਉਹ ਕਹਿ ਰਹੇ ਕਿ ਜਿਹਨੇ ਕੰਮ ਕਰਾਇਆ ਉਹਨੂੰ ਵੋਟ ਪਾਵਾਂਗੇ, ਪਰ ਉਹ ਵੋਟ ਦੇ ਹੱਕਦਾਰ ਕੌਣ ਨੇ ਉਹ ਇਹਨਾਂ ਨੇ ਦੱਸ ਦਿੱਤਾ ਹੈ। ਬਾਕੀ ਆਓ ਜਾਣਦੇ ਹੋਰ ਵੀ ਲੋਕਾਂ ਮੈਂ ਤੁਹਾਡੇ ਏਰੀਏ ਦਾ ਵਾਰਡ ਨੰਬਰ 34 ਦਾ ਵਿਊ ਕਰਕੇ ਆਇਆ। ਉਹਦੇ ਵਿੱਚ ਲੋਕਾਂ ਦੇ ਵੱਖੋ ਵੱਖਰੇ ਕਾਰਨ ਜਾਣੇ ਕਿ ਕਿਹਨੂੰ ਵੋਟ ਕਰ ਰਹੇ ਤੁਸੀਂ ਇਸ ਵਾਰ। ਜਿਸ ਤਰ੍ਹਾਂ ਨਗਰ ਕੌਂਸਲ ਦੀ ਜਿਹੜੀ ਵੋਟਾਂ ਉਹ ਚੱਲ ਰਹੀਆਂ ਵਾ, ਤੁਸੀਂ ਵੋਟ ਕਿਹਨੂੰ ਪਾਓਗੇ? ਅਸੀਂ ਨਰਿੰਦਰ ਸਿੰਘ ਮਨਸੂ ਨੂੰ ਵੋਟ ਪਾਵਾਂਗੇ। ਨਰਿੰਦਰ ਸਿੰਘ ਮਨਸੂ ਜੀ ਨੂੰ ਵੋਟ ਪਾਵਾਂਗੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਕੰਮ ਸਵਾਰੇ। ਹਰ ਬੰਦਾ ਜਿਹੜਾ ਚਾਹੁੰਦਾ ਹੈ ਕਿ ਵੀ ਕਿਸੇ ਦੀ ਫੋਟੋ ਖਿਚਵਾਉਣ ਨਾਲ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਮੋਹਰੇ ਐਵੇਂ ਭੱਜੇ ਫਿਰਨ ਦੇ ਨਾਲ ਨਹੀਂ ਹੁੰਦਾ ਕੁਝ ਵੀ। ਜਿਹੜਾ ਕੰਮ ਬੰਦਾ ਕਰਦਾ ਹੱਕਦਾਰ ਅਸਲ ਵਿੱਚ ਵੋਟ ਦਾ ਉਹੀ ਹੁੰਦਾ ਹੈ। ਬਾਕੀ ਪਾਰਟੀਆਂ ਦੇ ਉਮੀਦਵਾਰ ਵੀ ਹੈਗੇ ਆ, ਉਹਨਾਂ ਨੂੰ ਤੁਸੀਂ ਕਿਉਂ ਨਹੀਂ ਮੌਕਾ ਦੇ ਰਹੇ? ਸਰ ਜਿਹੜਾ ਕੰਮ ਸਵਾਰਦਾ ਵੋਟ ਦਾ ਹੱਕਦਾਰ ਬੇਸਿਕਲੀ ਉਹੀ ਹੁੰਦਾ ਵਾ, ਨਾ ਕਿ ਜਿਹੜਾ ਬੰਦਾ ਬਿਨਾਂ ਵਜ੍ਹਾ ਕੋਈ ਵੀ ਖੜ ਜਾਵੇ, ਉਹਨੇ ਕੰਮ ਹੀ ਨਾ ਕੀਤਾ ਹੋਵੇ, ਕਦੀ ਸਾਡੀ ਵਾਰਡ ਦੇ ਵਿੱਚ ਆਣ ਕੇ ਵੇਖਿਆ ਹੀ ਨਾ ਹੋਵੇ, ਅਸੀਂ ਉਹਨੂੰ ਵੋਟ ਕਿਉਂ ਪਾਵਾਂਗੇ? ਕਿਹੜੇ ਕਿਹੜੇ ਕੰਮ ਕਰਾਏ ਤੁਹਾਡੇ ਹਿਸਾਬ ਨਾਲ ਉਹਨਾਂ ਨੇ ਇੱਥੇ? ਸਾਡੀ ਵਾਰਡ ਦੇ ਵਿੱਚ ਬਹੁਤ ਸਾਰੇ, ਇਹ ਸਾਡੀ ਵਾਰਡ ਦੇ ਵਿੱਚ ਪਹਿਲਾਂ ਨਹੀਂ ਸਨ, ਦੂਸਰੀ ਵਾਰਡ 'ਚ ਹੁੰਦਿਆਂ ਹੋਇਆਂ ਵੀ ਸਾਡੀ ਵਾਰਡ ਦੇ ਵਿੱਚ ਬਹੁਤ ਸਾਰੇ ਕੰਮ ਸਵਾਰੇ ਇਹਨਾਂ ਨੇ। ਨੰਬਰ 1 ਤੇ ਇਹ ਮਾਤਾ ਭੱਦਰਕਾਲੀ ਦਾ ਮੰਦਿਰ ਇੱਕ ਇਤਿਹਾਸਿਕ ਮੰਦਿਰ ਹੈ, ਜਿਹਦੇ ਵੱਲ ਨੂੰ ਸੜਕ ਇੱਕ ਜਾਂਦੀ ਸੀ, ਬਹੁਤ ਖਰਾਬ ਰੋਡ ਸੀ। ਇਹਨੂੰ ਕਈ ਸਾਲਾਂ ਤੋਂ ਕੋਈ ਬੰਦਾ ਤਿਆਰ ਕਰਨ ਨੂੰ ਤਿਆਰ ਨਹੀਂ ਸੀਗਾ। ਇਹ ਜਦੋਂ ਬਣੇ ਨੇ ਅੱਜ ਤੋਂ 5 ਸਾਲ ਪਹਿਲਾਂ, ਇਹਨਾਂ ਨੇ ਇਸ ਰੋਡ ਨੂੰ ਪਹਿਲ ਦੇ ਆਧਾਰ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇੰਟਰਲੌਕ ਟਾਇਲ ਲਾ ਕੇ ਬਣਵਾਇਆ। ਓਕੇ, ਯਾਨੀ ਕਿ ਪਹਿਲਾਂ ਹਾਂ ਬਿਲਕੁਲ, ਮਤਲਬ ਇੰਟਰਲੌਕ ਟਾਇਲ ਲਾ ਕੇ ਏਡੀ ਸ਼ਾਨਦਾਰ ਰੋਡ ਉਹ ਤਿਆਰ ਕਰਵਾ ਦਿੱਤੀ ਕਿ ਹਰ ਬੰਦੇ ਦਾ ਮਨ ਖੁਸ਼ ਹੁੰਦਾ, ਕਿਉਂਕਿ ਇਸ ਮੰਦਿਰ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਬਹੁਤ ਦੂਰੋਂ ਦੂਰੋਂ ਇਸ ਮੰਦਿਰ ਤੇ ਲੋਕ ਮੱਥਾ ਟੇਕਣ ਆਉਂਦੇ ਨੇ। ਸਿਰਫ ਇੱਕ ਹੀ ਕੰਮ ਕਰਾਇਆ ਇਹਨਾਂ ਨੇ? ਇਹਨਾਂ ਨੇ ਬਹੁਤ ਸਾਰੇ ਕੰਮ, ਮੈਂ ਗਿਣਾ ਨਹੀਂ ਸਕਦਾ ਕਿ ਜਿੰਨੇ ਕੰਮ ਇਹਨਾਂ ਨੇ ਕਰਾਏ ਨੇ। ਇੱਥੇ ਬਹੁਤ ਸਾਰੀਆਂ ਤਾਰਾਂ ਕਈ ਵਾਰੀ ਟੁੱਟ ਕੇ ਡਿੱਗ ਜਾਂਦੀਆਂ ਸੀ, ਉਹਦੇ ਲਈ ਇਹਨਾਂ ਨੇ ਕੇਬਲ ਵੀ ਪਵਾਈ, ਜਿਹੜੀ ਕਈ ਸਾਲਾਂ ਤੋਂ ਵੀ ਅੱਜ ਤੋਂ ਮੈਨੂੰ 25 ਸਾਲ ਹੋ ਗਏ ਨੇ ਇੱਥੇ ਆਏ ਨੂੰ। 20-25 ਸਾਲ ਤੋਂ ਮੈਂ ਦੇਖਦਾ ਪਿਆ ਸੀ ਉਹ ਤਾਰ ਦਾ ਲਫੜਾ ਪਿਆ ਰਹਿੰਦਾ ਸੀ, ਜਿਹੜਾ ਇਹਨਾਂ ਨੇ ਇੱਕ ਥੋੜੇ ਦਿਨਾਂ ਦੇ ਵਿੱਚ ਹੀ ਉਹ ਕਲੇਸ਼ ਖਤਮ। ਕਿਹੜੀ ਤਾਰ ਸੀਗੀ ਉਹ? ਉਹ ਕੇਬਲ ਤਾਰ ਇੱਥੋਂ ਹੀ ਇਸ ਲਾਈਨ ਤੋਂ ਹੀ ਮਾਤਾ ਭੱਦਰਕਾਲੀ ਦੇ ਮੇਨ ਗੇਟ ਤੋਂ, ਇਸ ਤੋਂ ਹਾਈ ਰੋਡ ਤੋਂ ਅੰਦਰ ਨੂੰ ਜਾਂਦੀਆਂ ਸੀ ਤਾਰਾਂ, ਜਿਹਦੀ ਉਹ ਕਿ ਆਮ ਘਰਾਂ ਦੇ ਬੱਚੇ ਕਈ ਵਾਰੀ ਤਾਰਾਂ ਦੇ ਥੱਲੇ ਜਾਂ ਲੰਘਦਾ ਜਾਂ ਕੋਈ ਖੇਡਦਾ, ਉਹ ਤਾਰਾਂ ਟੁੱਟ ਕੇ ਉੱਤੇ ਡਿੱਗਦਾ ਸੀ, ਜਿਹਦੇ ਨਾਲ ਕਈ ਖਤਰੇ ਬਣੇ ਰਹਿੰਦੇ ਸੀ। ਜਿਹੜੀ ਉਹ ਤਾਰ ਇਹਨਾਂ ਨੇ ਕਟਵਾ ਕੇ ਤੇ ਮੁੜ ਕੇ ਉਹਨੂੰ ਕੇਬਲ ਤਾਰ ਦੇ ਵਿੱਚ ਬਦਲਿਆ। ਹੋਰ ਕਿਹੜੇ ਕਿਹੜੇ ਕੰਮ ਕਰਾਏ ਇਹਨਾਂ ਨੇ? ਹੋਰ ਇਹਨਾਂ ਨੇ ਜਿੱਦਾਂ ਸੀਵਰੇਜ ਦਾ ਕੰਮ ਆ, ਸੀਵਰੇਜ ਬੋਰਡ ਦਾ ਇੱਥੇ ਮਤਲਬ ਸੀਵਰੇਜ ਦਾ ਕੰਮ ਆ। ਸੀਵਰੇਜ ਦਾ ਕਰੀਬ 1.5 ਕਰੋੜ ਤੋਂ 2 ਕਰੋੜ ਦਾ ਕੰਮ ਸੀ, ਜਿਹਦਾ ਉਹਨਾਂ ਨੇ ਸੀਵਰੇਜ ਦਾ ਟ੍ਰੀਟਮੈਂਟ ਪਲਾਂਟ ਉਹਨੂੰ ਉਹਨਾਂ ਨੇ ਡਿਵੈਲਪ ਕਰਾ ਕੇ ਉੱਥੇ ਉਹਦਾ ਕੋਈ ਉਹ ਬਣਵਾ ਕੇ ਸਾਰਾ ਉਹ ਹੌਦੀ ਇਹੋ ਜਿਹੀ ਬਣਾਈ ਜਿੱਥੇ ਉਹਨੂੰ ਸੈਂਟਰੀਫਿਊਜ਼ ਕਰਕੇ ਪੂਰਾ ਉਹਦੇ ਮਤਲਬ ਸਾਰਾ ਵੱਖਰਾ ਵੱਖਰਾ ਹੋ ਕੇ ਪਾਣੀ ਜਿਹੜਾ ਸਾਫ਼ ਹੋ ਕੇ ਤੇ ਮੇਨ ਸੀਵਰੇਜ ਦੇ ਵਿੱਚ ਪੈਂਦਾ। ਇਹ ਬਹੁਤ ਹੀ ਇੱਕ ਮਹੱਤਵਪੂਰਨ ਕਾਰਨ ਸੀ ਦਾ, ਜਿਹਦੇ ਨਾਲ ਗੰਦਗੀ ਲਗਭਗ ਸ਼ੇਖੂਪੁਰ ਦੇ ਵਿੱਚੋਂ ਗੰਦਗੀ ਖਤਮ ਹੋ ਗਈ, ਕਿਉਂਕਿ ਬਹੁਤ ਸਾਰੀਆਂ ਨਾਲੀਆਂ ਜਿਹੜੀਆਂ ਉਹ ਕਵਰ ਕਰਵਾ ਦਿੱਤੀਆਂ ਗਈਆਂ, ਉਹ ਨਾਲੀਆਂ ਖਤਮ ਹੋ ਗਈਆਂ। ਸੀਵਰੇਜ ਇਹਨਾਂ ਨੇ ਚਾਲੂ ਕਰਵਾ ਦਿੱਤਾ, ਕੁਝ ਥੋੜਾ ਬਹੁਤਾ ਸੀਵਰੇਜ ਰਹਿੰਦਾ ਜਿਹੜਾ ਉਹ ਵੀ ਚਾਲੂ ਕੁਝ ਦਿਨਾਂ ਦੇ ਵਿੱਚ ਹੋ ਜਾਏਗਾ। ਯਾਨੀ ਕਿ ਮੋਟਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵਿਸ਼ੇ ਤੇ ਬਾਰੇ ਕਿ ਕੰਮ ਨੂੰ ਸਲਾਮਾਂ ਨੇ? ਬਿਲਕੁਲ ਸਰ, ਜਿਹੜਾ ਬੰਦਾ ਕੰਮ ਕਰੇਗਾ ਵੋਟ ਦਾ ਅਸਲ ਹੱਕਦਾਰ ਉਹੀ ਆ। ਅਸੀਂ ਵੋਟ, ਮੈਂ ਹਰ ਬੰਦੇ ਨੂੰ ਇਹੀ ਕਹੂੰਗਾ ਕਿ ਜਿਸ ਤਰ੍ਹਾਂ ਵੀ ਕੋਈ ਦੂਸਰੇ ਪਾਸੇ ਵੀ ਹੋਰ ਬੰਦੇ ਨੂੰ ਵੀ ਸੋਚਦਾ, ਜਿਹੜਾ ਬੰਦਾ ਕੰਮ ਕਰਦਾ ਉਹਨੂੰ ਵੋਟ ਪਾਓ। ਅਸਲ ਵੋਟ ਦੇ ਹੱਕਦਾਰ ਨਰਿੰਦਰ ਸਿੰਘ ਮਨਸੂ ਜੀ ਆ, ਕਿਉਂਕਿ ਇਹਨਾਂ ਨੇ ਕੰਮ ਕਰਾਇਆ। ਸਟਰੀਟ ਲਾਈਟਾਂ, ਮਤਲਬ ਹੋਰ ਕਈ ਕੰਮ ਇਹੋ ਜਿਹੇ ਜਿਹੜੇ ਮੈਂ ਗਿਣਾ ਨਹੀਂ ਸਕਦੇ। ਸਕੂਲ ਦੀ ਡਿਵੈਲਪਮੈਂਟ ਇਹਨਾਂ ਦੀ ਹੋਂਦ ਵਿੱਚ, ਮਤਲਬ ਜਿਹੜਾ ਇਹਨਾਂ ਨੇ ਸਕੂਲ ਦੇ ਮੇਰੇ ਖਿਆਲ 6 ਕਮਰੇ ਦੇ ਲਗਭਗ ਬਣੇ ਨੇ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਜ ਹਾਈ ਸਕੂਲ ਹੈ, ਇਹ ਮਤਲਬ ਹਾਇਰ ਸੈਕੰਡਰੀ ਸਕੂਲ ਬਣੂਗਾ। ਅਸੀਂ ਹੋਪ ਕਰਦੇ ਹਾਂ ਕਿ ਬਹੁਤ ਜਲਦੀ ਹੋ ਸਕਦਾ, ਇਹ ਬਹੁਤ ਜਲਦੀ ਉਹਨੂੰ ਹਾਈ ਸਕੂਲ ਤੋਂ ਮਤਲਬ ਜਿਹੜਾ ਹਾਈ ਸਕੂਲ ਤੋਂ ਹਾਇਰ ਸੈਕੰਡਰੀ ਸਕੂਲ ਬਣਾ ਦੇਣਗੇ। ਠੀਕ ਹੈ ਜੀ। ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਵਾਰਡ ਨੰਬਰ 34 ਦੇ ਜਿਹੜੇ ਵੋਟਰਸ ਨੇ ਜੋ ਉਹ ਸਿਰਫ ਤੇ ਇੱਕ ਹੀ ਉਮੀਦਵਾਰ ਦਾ ਨਾਮ ਲੈ ਰਹੇ ਨੇ, ਬਾਰ-ਬਾਰ ਨਰਿੰਦਰ ਸਿੰਘ ਮਨਸੂ ਤੇ ਨਰਿੰਦਰ ਸਿੰਘ ਮਨਸੂ। ਉਹਨਾਂ ਦੇ ਤਹਿਤ ਹੀ ਹੁਣ ਅਸੀਂ ਨਰਿੰਦਰ ਸਿੰਘ ਮਨਸੂ ਜੀ ਦੇ ਆਫਿਸ 'ਚ ਆਏ ਹਾਂ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ।
ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਤਾਂ ਕਪੂਰਥਲਾ ਨਿਊਜ਼ ਵਾਲਿਆਂ ਦਾ ਧੰਨਵਾਦ ਕਰਦਾ ਮੇਰੇ ਕੋਲ ਪਹੁੰਚਣ ਦਾ। ਸਰ ਵਾਰ-ਵਾਰ ਲੋਕ ਇਹੀ ਕਹਿ ਰਹੇ ਨੇ ਅਸੀਂ ਵੋਟ ਜਿਹੜੀ ਹੈਗੀ ਹੈ ਨਰਿੰਦਰ ਸਿੰਘ ਮਨਸੂ ਨੂੰ ਪਾ ਰਹੀ, ਜਿੰਨੇ ਵੀ ਅਸੀਂ ਪਿੰਡ ਦੇ ਵਿੱਚ ਸਾਰਾ ਲੈ ਕੇ ਵਿਊ ਲਿਆ ਉਹ ਇਹੀ ਕਹਿ ਰਹੇ ਕਿ ਲੋਕ ਵੋਟ ਵਾ ਉਹ ਨਰਿੰਦਰ ਸਿੰਘ ਮਨਸੂ ਨੂੰ ਪਾਣੀ ਹੈ। ਕਿ ਇਹ ਤੁਸੀਂ ਇਹੋ ਜਿਹਾ ਕਿਹੜਾ ਜਾਦੂ ਕਰਤਾ ਜਿਹੜੀ ਉਹ ਕਹਿ ਰਹੇ ਕਿ ਵੋਟ ਅਸੀਂ ਨਰਿੰਦਰ ਸਿੰਘ ਮਨਸੂ ਨੂੰ ਪਾਉਣੀ ਹੈ? ਭਾਜੀ ਇਹ ਕੋਈ ਜਾਦੂ ਨਹੀਂ ਹੁੰਦਾ, ਇਹ ਲੋਕਾਂ ਦਾ ਪਿਆਰ ਸਦਕਾ ਵਾ। ਲੋਕਾਂ ਦੇ ਵਿੱਚ ਆਪਾਂ ਵਿਚਰੇ ਆ, ਲੋਕਾਂ ਨਾਲ ਪਿਆਰ ਕੀਤਾ ਵਾ। ਅਸੀਂ ਇਹ ਨਹੀਂ ਸਮਝਿਆ ਜਦੋਂ ਦੇ ਮੈਂ MC ਬਣਿਆ ਨਾ, ਮੇਰੇ ਮਨ ਵਿੱਚ ਕੋਈ ਨਹੀਂ ਕਿ ਇਹਨੇ ਮੈਨੂੰ ਵੋਟ ਪਾਈ ਜਾਂ ਨਹੀਂ ਪਾਈ। ਮੇਰੇ ਲਈ ਸਾਰਾ ਮੇਰਾ ਪਰਿਵਾਰ ਆ, ਇਹ ਇਸ ਪਿਆਰ ਸਦਕਾ ਕਹਿ ਰਹੇ ਆ ਸਾਰੇ ਲੋਕ। ਪਰ ਲੋਕਾਂ ਦਾ ਜਿੰਨਾ ਤੁਹਾਡੇ ਨਾਲ ਪਿਆਰ ਬਣਿਆ ਹੋਇਆ ਹੈ, ਤੁਸੀਂ ਅਗਰ ਜਿੱਤ ਪ੍ਰਾਪਤ ਕਰਦੇ ਹੋ ਤਾਂ ਲੋਕੀ ਤੁਹਾਡੇ ਤੋਂ ਹੋਰ ਕੀ ਉਮੀਦਾਂ ਲਗਾ ਸਕਣ? ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਨਗਰ ਦਾ ਕਿੰਨਾ ਕੁ ਵਿਕਾਸ ਹੋਰ ਕਰੋਗੇ? ਪਹਿਲਾਂ ਤਾਂ ਮੈਂ ਭਾਜੀ ਇੱਕ ਨਾ ਸਾਡੇ ਮੇਰੀ 34 ਨੰਬਰ ਜਿਹੜੀ ਵਾਰਡ ਆ ਨਾ, ਉਹਦੇ ਵਿੱਚ ਇੱਕ 11 kV ਤਾਰ ਜਾਂਦੀ ਪਈ ਆ, ਜਿਹੜੀ ਘਰਾਂ ਦੇ ਉੱਪਰ ਦੀ ਜਾਂਦੀ ਪਈ ਆ। ਉਹਦੇ ਵਿੱਚ ਪਹਿਲਾਂ ਵੀ ਇੱਕ ਦੋ ਹਾਦਸੇ ਇਹੋ ਜਿਹੇ ਹੋ ਚੁੱਕੇ ਆ, ਜਿਨ੍ਹਾਂ ਬੱਚੇ ਪਤੰਗ ਚੜਾਉਂਦੇ ਉਹਨਾਂ ਨੂੰ ਸ਼ਾਰਟ ਲੱਗੇ ਆ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਉਹਨਾਂ, ਤੇ 2-3 ਐਕਸੀਡੈਂਟ ਇਹੋ ਜਿਹੇ ਹੋ ਚੁੱਕੇ ਵੀ ਜਿਨ੍ਹਾਂ ਮੌਤ ਵੀ ਹੋ ਚੁੱਕੀ ਆ। ਤੇ ਮੇਰਾ ਪਹਿਲਾ ਟਾਰਗੇਟ ਇਹ ਹੈ ਕਿ ਜਿਹੜੀ 34 ਨੰਬਰ ਵਾਰਡ ਦੇ ਵਿੱਚ ਦੀ ਤਾਰ ਜਾਂਦੀ ਹੈ ਨਾ, ਮੈਂ ਪਹਿਲਾਂ ਤਾਂ ਉਹ ਬਾਹਰ ਕੱਢੂੰਗਾ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਨਾ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ। ਕਿਉਂਕਿ ਸਾਡੇ ਉੱਥੇ ਜਿਹੜਾ 34 ਨੰਬਰ ਵਾਰਡ ਆ ਸਾਰਾ ਗਰੀਬ ਪਰਿਵਾਰ ਆ, ਉਹ ਇਹੋ ਜਿਹਾ ਬੰਦਾ ਹੈ ਨਹੀਂ ਆ ਵੀ ਜਿਹੜਾ ਆਪਣੇ ਆਪ ਕੋਈ ਪੈਸੇ ਖਰਚ ਕੇ ਬਾਹਰ ਕਢਾ ਲਵੇ। ਇੱਦਾਂ ਮੈਂ ਰਾਣਾ ਜੀ ਨਾਲ ਗੱਲ ਕਰੂੰਗਾ, ਉਹਨਾਂ ਨਾਲ ਮੇਰੀ ਗੱਲ ਹੋ ਵੀ ਚੁੱਕੀ ਆ। ਕਿਉਂਕਿ ਲੋਕਾਂ ਨੂੰ ਮੈਂ ਜਦੋਂ ਵਿਚਰਿਆ ਜਾ ਕੇ, ਲੋਕਾਂ ਦੀ ਡਿਮਾਂਡ ਹੀ ਇਹ ਆ ਪਹਿਲਾਂ ਅੱਜ ਤੱਕ ਵੀ ਸਾਡੀਆਂ ਤਾਰਾਂ ਨਹੀਂ ਅੱਜ ਤੱਕ ਕਿਸੇ ਨੇ ਬਾਹਰ ਕਢਾਈਆਂ। ਤੇ ਮੇਰਾ ਹੁਣ ਪਹਿਲਾ ਟਾਰਗੇਟ ਇਹੋ ਹੀ ਆ ਕਿ ਮੈਂ ਤਾਰਾਂ ਦਾ ਜ਼ਰੂਰ ਕਰਨਾ ਵਾ ਜੀ। ਮੈਂ ਤੁਹਾਡੇ ਜਿੱਥੋਂ ਦੀ ਗੱਲ ਕੀਤੀ ਆਪਣੀ ਰਾਣਾ ਜੀ ਦੀ ਤੁਹਾਨੂੰ ਪਿੱਛੋਂ ਕਿੰਨੀ ਕੁ ਸਪੋਰਟ ਹੈਗੀ? ਕਿਸ ਸਪੋਰਟ ਦੇ ਨਾਲ ਤੁਸੀਂ ਕਿੰਨੇ ਕੁ ਕੰਮ ਹੋ ਜਾਂਦੇ ਨੇ, ਉਸ ਦੇ ਬਾਰੇ ਦੱਸੋਗੇ? ਦੇਖੋ ਜੀ, ਜਦੋਂ ਝੋਟਾ ਆਕੜਦਾ ਤੇ ਕਿੱਲੇ ਦੇ ਜ਼ੋਰ ਤੇ ਆਕੜਦਾ ਵਾ। ਰਾਣਾ ਜੀ ਦਾ ਆਪਾਂ ਨੂੰ ਪੂਰਾ ਆਸ਼ੀਰਵਾਦ ਆ। ਉਹਨਾਂ ਦੀ ਬਦੌਲਤ ਹੀ ਜਿਹੜੇ ਕਾਰੋਬਾਰ ਸਾਰੇ ਹੋ ਰਹੇ ਆ, ਉਹਨਾਂ ਦੀ ਬਦੌਲਤ ਹੀ ਹੋ ਰਹੇ ਆ। ਤੇ ਆਪਾਂ ਨੂੰ ਕਿਸੇ ਗੱਲੋਂ ਉਹਨਾਂ ਨੇ ਰਾਹ ਨਹੀਂ ਕਦੀ ਕੀਤੀ। ਆਪਾਂ ਕੋਈ ਕੰਮ ਕਹਿ ਦਈਏ ਉਹਨਾਂ ਕਹਿਣਾ ਹੁਣੇ ਲੈ। ਇਸ ਕਰਕੇ ਆਪਾਂ ਨੂੰ ਕੋਈ ਦਿੱਕਤ ਨਹੀਂ ਇਹੋ ਜਿਹੀ ਗੱਲ। ਅੱਗੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਚਲੋ, ਇਹ ਕੋਈ ਇਹੋ ਜਿਹੀ ਨਹੀਂ ਗੱਲ ਹੁੰਦੀ, ਮਹਾਰਾਜ ਤੋਂ ਡਰਦੇ ਆ ਕਿ ਆਪਾਂ ਮਹਾਰਾਜ ਦੀ ਕਿਰਪਾ ਦੇ ਨਾਲ ਸ਼ੇਖਪੁਰ ਦੇ ਵਿੱਚ ਜਿਹੜੇ ਕੰਮ ਅੱਜ ਤੱਕ ਨਹੀਂ ਹੋ ਸਕਦੇ ਸੀ, ਉਹਦੀ ਕਿਰਪਾ ਨਾਲ ਉਹ ਵੀ ਕਰਾਇਆ। ਉਹਦੇ ਵਿੱਚ ਇੱਕ ਸਾਡੇ ਭੂਈ ਦੇ ਵਿੱਚ ਦੀ ਰੋਡ ਜਾਂਦੀ, ਉੱਥੇ ਮੇਰੀ ਵਾਰਡ ਨਹੀਂ ਹੈਗੀ। ਸਿਰਫ ਮੇਰਾ ਟਾਰਗੇਟ ਸੀ ਵੀ ਜਿਹੜੇ ਰਸਤੇ ਘੁੰਮਦੇ ਨਾ ਫਿਰਨੀ, ਕੱਲ੍ਹ ਨੂੰ ਕੋਈ ਨਗਰ ਕੀਰਤਨ ਨਿਕਲਦਾ ਜਾਂ ਭਗਵਾਨ ਵਾਲਮੀਕ ਮਹਾਰਾਜ ਦਾ ਨਿਕਲਦਾ ਜਾਂ ਕੋਈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੋਈ ਵੀ ਨਗਰ ਕੀਰਤਨ ਨਿਕਲਦਾ, ਜਾਂ ਇੱਕ ਸਾਡੇ ਮੰਦਿਰ ਹੈਗਾ ਮਾਤਾ ਜੀ ਦਾ, ਉੱਥੇ ਜਦੋਂ ਅਸੀਂ ਮੇਲਾ ਹੁੰਦਾ ਨਾ ਤੇ ਬੜੀ ਸੰਗਤ ਆਉਂਦੀ ਆ। ਤੇ ਮੇਰਾ ਟਾਰਗੇਟ ਆ ਵੀ ਕੋਈ ਫਿਰਨੀ ਜਾਂ ਕੋਈ ਮੰਦਿਰ ਨੂੰ ਆਉਣ ਵਾਲੇ ਰਸਤੇ ਜਾਂ ਸ਼ੇਖਪੁਰ ਨੂੰ ਸਾਰੇ ਪੱਕੇ ਹੋਣੇ ਚਾਹੀਦੇ ਆ। ਉਹਦੀ ਕਿਰਪਾ ਦੇ ਨਾਲ ਸਾਰਾ ਕੰਮ ਹੋ ਗਿਆ ਵਾ ਇਹੋ ਲਗਭਗ। ਤੇ ਜੇ ਕੋਈ ਰਹਿੰਦਾ ਉਹ ਮੈਂ ਜ਼ਰੂਰ ਕਰਾਊਂਗਾ ਹੁਣ। ਬਾਕੀ ਮੈਂ ਜਿੰਨੀ ਵੀ ਮੇਰੇ ਪਿੰਡ ਦੀ ਸਾਰੀ ਸੰਗਤ ਆ ਜਿਹੜੀ ਮੈਨੂੰ ਇੰਨਾ ਪਿਆਰ ਕਰਦੀ ਆ, ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ, ਕਿਉਂਕਿ ਉਹ ਮੈਨੂੰ ਇੰਨਾ ਪਿਆਰ ਕਰਦੇ ਆ। ਸੋ ਦੋਸਤੋ, ਇਹ ਸਨ ਸਾਡੇ ਨਾਲ ਵਾਰਡ ਨੰਬਰ 34 ਤੋਂ ਉਮੀਦਵਾਰ ਕਾਂਗਰਸ ਦੇ ਨਰਿੰਦਰ ਸਿੰਘ ਮਨਸੂ ਜੀ, ਠੀਕ ਹੈ, ਜਿਨ੍ਹਾਂ ਨੂੰ ਲੋਕੀ ਇੰਨਾ ਪਿਆਰ ਕਰਦੇ ਨੇ ਤੇ ਉਹਨਾਂ ਨੇ ਆਪਣੇ ਆਉਣ ਵਾਲੇ ਮਨਸੂਬੇ ਵੀ ਦੱਸ ਦਿੱਤੇ। ਵਾਰਡ ਨੰਬਰ 34 ਤੋਂ ਹੋਣ ਤੋਂ ਬਾਅਦ ਨਰਿੰਦਰ ਸਿੰਘ ਮਨਸੂ ਜੀ ਨੂੰ ਮਿਲਣ ਤੋਂ ਬਾਅਦ ਅਸੀਂ ਹੁਣ ਆਏ ਹਾਂ ਕਪੂਰਥਲਾ ਜਿਹੜੇ ਮੌਜੂਦਾ MLA ਰਾਣਾ ਗੁਰਜੀਤ ਸਿੰਘ ਜੀ ਦੇ ਕੋਲ। ਆਓ ਜਾਣਦੇ ਹਾਂ ਹੁਣ ਇਹਨਾਂ ਦੇ ਵਿਊ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਅਸੀਂ ਵਾਰਡ ਨੰਬਰ 34 ਦੇ ਲੋਕਾਂ ਦੇ ਵਿਊ ਜਾਣ ਕੇ ਆਏ ਹਾਂ। ਉੱਥੋਂ ਦੇ ਲੋਕ ਇੱਕੋ ਹੀ ਉਮੀਦਵਾਰ ਦਾ ਨਾਂ ਲੈ ਰਹੇ ਨੇ, ਨਰਿੰਦਰ ਸਿੰਘ ਮਨਸੂ ਤੇ ਨਰਿੰਦਰ ਸਿੰਘ ਮਨਸੂ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਦੇਖੋ ਜੀ, ਨਰਿੰਦਰ ਮਨਸੂ, ਮੈਂ ਉਹਨੂੰ ਪਿਛਲੇ 22 ਸਾਲ ਦਾ ਜਾਣਦਾ, ਔਰ ਉਦੋਂ ਰਾਜਨੀਤੀ 'ਚ ਨਹੀਂ ਸੀ ਲੇਕਿਨ ਮੇਰੇ ਨਾਲ ਸੀ, ਮੇਰਾ ਸਪੋਰਟਰ ਸੀ। ਔਰ ਇਸ ਇਨਸਾਨ ਨੇ ਬਹੁਤ ਜਲਦੀ ਲੋਕ ਸੇਵਾ ਦੇ ਵਿੱਚ ਬੜੀਆਂ ਪਲਾਂਘਾਂ ਪੱਟੀਆਂ। ਔਰ ਜੇ ਆਪਾਂ ਕਹੀਏ ਕਿ ਵਾਰਡ ਨੰਬਰ 34 ਤਾਈਂ ਹੀ ਨਰਿੰਦਰ ਮਨਸੂ ਸੀਮਤ ਹੈ, ਗੱਲ ਗਲਤ ਹੈ। ਮੇਰੇ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਸਮੱਸਿਆ ਹੋਵੇ ਤਾਂ ਨਰਿੰਦਰ ਮਨਸੂ ਦਾ ਹੱਲ ਹੈ। ਮੈਨੂੰ ਬੜੀ ਖੁਸ਼ੀ ਹੋਈ ਇੱਕ ਦਿਨ। ਨਾਰਮਲੀ ਕੀ ਆ ਕਿ ਸ਼ਹਿਰ ਦੇ ਵਿੱਚ ਪਿੰਡਾਂ ਵਾਲਿਆਂ ਨੂੰ ਤੇ ਆਊਟਸਕਰਟ ਵਾਲਿਆਂ ਨੂੰ ਬਹੁਤ ਤਰਜੀਹ ਨਹੀਂ ਦਿੰਦੇ। ਤੇ ਸਤਨਾਰਾਇਣ ਮੰਦਿਰ, ਉਹਦੇ 'ਚ ਮੇਰਾ MC ਸੀ, ਹਿੰਦੂ ਜੈਂਟਲਮੈਨ, ਬੜਾ ਹੁਣ ਚੇਅਰਮੈਨ ਵੀ ਆ। ਉਹਨੂੰ ਵੀ ਬੁਲਾਇਆ, ਉਹਦੇ ਤੋਂ ਸੀਵਰੇਜ ਨਹੀਂ ਖੁੱਲ੍ਹ ਪਾਇਆ। ਤੇ ਨਰਿੰਦਰ ਮਨਸੂ ਮੇਰੇ ਨਾਲ ਸੀਗਾ। ਮੈਂ ਕਿਹਾ ਮਨਸੂ, ਮੈਨੂੰ ਨਹੀਂ ਪਤਾ, ਇਹ 2 ਘੰਟੇ 'ਚ ਖੁੱਲ੍ਹ ਜਾਣਾ ਚਾਹੀਦਾ। ਬਾਕੀ ਇਹ ਤੁਹਾਡੀ ਗੱਲ ਸਹੀ ਹੈ। ਅਸੀਂ ਜਦੋਂ ਵੀ ਪਿੰਡ ਦੇ ਵਿੱਚ ਗਏ ਉਹਨਾਂ ਨੇ ਇਹੀ ਗੱਲਾਂ ਕਹੀਆਂ ਕਿ ਜਿਹੜਾ ਕੰਮ ਕਰਾਇਆ ਨਰਿੰਦਰ ਸਿੰਘ ਮਨਸੂ ਜੀ। ਤੁਹਾਨੂੰ ਕੀ ਲੱਗਦਾ ਕਿ ਉਹ ਇਹਨਾਂ ਦੀ ਇੰਨੀ ਪ੍ਰਚਲਿਤ ਹੈ? ਮੈਂ ਕੀ ਕਹਿਣਾ ਚਾਹੋਗੇ ਤੁਸੀਂ? ਮੇਰਾ ਤਾਂ ਪੁੱਤਰ ਹੈ, ਠੀਕ ਹੈ ਜੀ, ਮੈਨੂੰ ਤਾਂ ਚੰਗਾ ਲੱਗਣਾ ਲੇਕਿਨ ਬਿਸਾਈਡਸ ਦੈਟ
ਅਗਰ ਆਪਾਂ ਗੱਲ ਕਰੀਏ ਯੋਗਤਾ ਦੀ ਤਾਂ ਮੈਂ ਇਹ ਉਹਨੂੰ ਨੰਬਰ 1 MC ਦਾ ਦਰਜਾ ਦਊਂਗਾ। ਔਰ ਜਦੋਂ ਕਿਤੇ ਮੇਰੇ ਨਾਲ ਹੋਏਗਾ ਉਹ ਖਾਲੀ 34 ਨੰਬਰ ਨਹੀਂ, ਸਾਰਾ ਸ਼ੇਖੂਪੁਰ ਉਹਦੀ ਪ੍ਰਾਇਰਟੀ ਆ। ਚਾਹੇ ਤੁਸੀਂ ਭੱਦਰਕਾਲੀ ਮਾਤਾ ਦੇ ਜਦੋਂ ਪ੍ਰੋਗਰਾਮ ਹੁੰਦੇ ਆ ਉਹਦੇ 'ਚੋਂ ਬਤੌਰ ਸਫਾਈ ਕਰਾਉਣ ਦੇ ਲਈ, ਉਹਦਾ ਕੋਈ ਵੀ ਪ੍ਰਬੰਧ ਕਰਾਉਣ ਲਈ, ਚਾਹੇ ਉਹ ਸੜਕ ਹੋਵੇ, ਚਾਹੇ ਉਹ ਸੀਵਰੇਜ ਹੋਵੇ, ਚਾਹੇ ਉਹ ਟਰੀਟਮੈਂਟ ਪਲਾਂਟ ਜਿਹੜਾ ਅਸੀਂ 2005 ਦੇ ਵਿੱਚ ਚਾਲੂ ਕੀਤਾ ਸੀ ਸੀਵਰੇਜ ਪਾਉਣਾ, ਸੀਵਰੇਜ ਜਿੱਥੇ ਛੱਡ ਗਏ ਉੱਥੇ ਰਹਿ ਗਿਆ, ਇਹ ਆ ਕੇ ਕੰਪਲੀਟ ਕਰਾਇਆ। ਇਹਦੇ ਬਾਅਦ ਟਰੀਟਮੈਂਟ ਪਲਾਂਟ ਚਲਾਉਣਾ, ਕੋਈ ਜਦ ਸਾਰੀਆਂ ਚੀਜ਼ਾਂ ਉਪਲਬਧ ਨੇ ਤਾਂ ਉਹਨੂੰ ਚਲਾਉਣਾ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ। ਤੇ ਉਹਦੇ ਵਿੱਚ ਵੀ ਦਿਲਚਸਪੀ ਲੈ ਕੇ ਅੱਜ ਸ਼ੇਖੂਪੁਰ ਸਾਰੇ 'ਚ 34 ਤੇ ਜਿੰਨੇ 3-4 ਵਾਰਡ ਆ ਉਹਨਾਂ ਦਾ ਗੰਦ ਸਾਰਾ ਸੀਵਰੇਜ ਪਾਉਣਾ। ਅਦਰਵਾਈਜ਼ ਲੋਕ, ਮੈਂ ਜਦੋਂ ਲੋਕਾਂ ਦੇ ਘਰਾਂ 'ਚ ਜਾਂਦਾ ਸੀ ਨਾ, ਪਾਈਪਲਾਈਨ ਅਸੀਂ ਪਾ ਕੇ ਗਏ 2006 'ਚ ਘਰੋਂ ਘਰ, ਲੇਕਿਨ ਉਹ ਬਾਹਰ ਨਹੀਂ ਜਾ ਸਕਦਾ ਸੀਵਰੇਜ ਕਿਉਂਕਿ ਕਨੈਕਟੀਵਿਟੀ ਨਹੀਂ, ਉੱਥੇ ਦੀ ਉੱਥੇ ਬਦਬੂ ਆਉਂਦੀ ਸੀ, ਬਿਮਾਰੀਆਂ ਫੈਲਦੀਆਂ ਸੀਆਂ। ਉਹਦਾ ਹੱਲ ਇਹਨੇ ਲੱਭਿਆ। ਔਰ ਚਾਹੇ ਉਹ ਇਹਨੂੰ ਨਰਿੰਦਰ ਸਿੰਘ ਮਨਸੂ ਜਦੋਂ ਮੇਰੇ ਕੋਲ ਆਉਂਦਾ, ਵੈਸੇ ਤਾਂ ਆਪਣੇ ਲੈਵਲ 'ਤੇ ਹੀ ਕੰਮ ਕਰ ਦਿੰਦਾ, ਲੇਕਿਨ ਜਿੱਦਾਂ ਬਿਜਲੀ ਦਾ ਕੰਮ ਹੋਵੇ ਜਾਂ ਕੋਈ ਵੱਡੇ ਡਿਪਾਰਟਮੈਂਟ ਦਾ ਕੰਮ ਹੋਵੇ ਤਾਂ ਮੇਰੇ ਕੋਲ ਕੰਮ ਲੈ ਕੇ ਆਉਂਦਾ ਹੈ। ਐਂਡ ਇਹਨੂੰ ਲੋਕਾਂ ਨਾਲ ਪਿਆਰ ਕਰਨਾ ਵੀ ਆਉਂਦਾ। ਇਹ ਲੋਕਾਂ ਦੇ ਅਸਲੀ ਸੇਵਕ ਹੈ। ਇੱਦਾਂ ਦੇ ਚਾਹੀਦੇ ਮੇਰੇ ਸਾਰੇ MC। ਇਹ ਸਨ ਰਾਣਾ ਗੁਰਜੀਤ ਸਿੰਘ ਜੀ, ਜਿਨ੍ਹਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਮੈਂ ਹਾਂ ਬਰਿੰਦਰ, ਤੁਸੀਂ ਦੇਖ ਰਹੇ ਹੋ ਕਪੂਰਥਲਾ ਨਿਊਜ਼, ਕੈਮਰਾਮੈਨ ਬੋਬੀ ਹੰਸ ਦੇ ਨਾਲ।